Good morning, students. Today I am going to start chapter 6 of book Footprint Without Feet. Chapter name is The Making of a Scientist, written by Robert W. Peterson. This chapter is a biographical account of life and achievement of Richard E. Bright. Richard E. Bright has received Sears Scholar Award and Shearing Plug Award for his biochemistry and molecular biology. It was his fascination for butterflies that opened the world of science to him. ਅਸੀਂ ਜੋ ਚੈਪਟਰ ਕਰਨ ਜਾ ਰਹੇ ਹਾਂ ਇਹ ਇੱਕ ਬਾਇਓਗ੍ਰਾਫਿਕਲੀ ਅਕਾਊਂਟ ਹੈ ਕਿਹਦਾ ਰਿਚਰਡ ਈ ਬ੍ਰਾਈਟ ਦਾ ਜਿਨੇ ਕੀ ਕੀਤਾ ਪੂਰੀ ਦੁਨੀਆ ਨੂੰ ਸਾਇੰਸ ਦੇ ਵਿੱਚ ਇੱਕ ਨਵੀਂ ਖੋਜ ਵੱਲ ਲੈ ਕੇ ਜਾ ਗੁੱਡ ਮਾਰਨਿੰਗ ਸਟੂਡੈਂਟਸ ਟੁਡੇ ਆਮ ਗੋਇੰਗ ਟੂ ਸਟਾਰਟ ਚੈਪਟਰ 6 ਆਫ ਬੁੱਕ ਫੁੱਟਪ੍ਰਿੰਟ ਵਿਦਆਊਟ ਫੀਟ. Chapter name is The Making of a Scientist, written by Robert W. Peterson. This chapter is a biographical account of life and achievement of Richard E. Bright. Richard E. Bright has received Sears Scholar Award and Shearing Plug Award for his biochemistry and molecular biology. It was his fascination for butterflies that opened the world of science to him. ਅਸੀਂ ਜੋ ਚੈਪਟਰ ਕਰਨ ਜਾ ਰਹੇ ਹਾਂ ਇਹ ਇੱਕ ਬਾਇਓਗ੍ਰਾਫਿਕਲੀ ਅਕਾਊਂਟ ਹੈ ਕਿਹਦਾ ਰਿਚਰਡ ਈ ਬ੍ਰਾਈਟ ਦਾ ਜਿਨੇ ਕੀ ਕੀਤਾ ਪੂਰੀ ਦੁਨੀਆ ਨੂੰ ਸਾਇੰਸ ਦੇ ਵਿੱਚ ਇੱਕ ਨਵੀਂ ਖੋਜ ਵੱਲ ਲੈ ਕੇ ਜਾ ਇਸ ਚੈਪਟਰ ਵਿੱਚ ਦੱਸਿਆ ਗਿਆ ਹੈ ਕਿਵੇਂ ਯੰਗ ਏਜ ਦੇ ਵਿੱਚ ਛੋਟੀ ਏਜ ਦੇ ਵਿੱਚ ਜਿਹੜੇ ਈ ਬ੍ਰਾਈਟ ਸੀ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਜਿਹੜੀ ਜਰਨੀ ਸੀ ਉਹ ਸਟਾਰਟ ਕੀਤੀ ਸੀ ਕਾਹਦੇ ਕੀ ਬਣਨ ਵਾਸਤੇ ਸਾਇੰਟਿਸਟ ਬਣਨ ਵਾਸਤੇ. At the age of 22, a former scout of a year excited the scientific world. ਹੁਣ ਕੀ ਦੱਸਿਆ ਗਿਆ ਹੈ ਕਿ ਜਿਹੜਾ ਈ ਬ੍ਰਾਈਟ ਸੀ ਜਦੋਂ ਉਹਨਾਂ ਦੀ ਏਜ 22 ਇਅਰਸ ਸੀ ਉਹਨਾਂ ਨੂੰ ਇੱਕ ਫਾਰਮਰ ਸਕਾਊਟ ਆਫ ਈਅਰ ਮੀਨਸ ਕਿ ਉਹਨਾਂ ਨੇ ਐਨਸੀਸੀ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਜਿਹਦੇ ਕਰਕੇ ਉਹਨਾਂ ਨੂੰ ਈਅਰ ਆਫ ਦਾ ਅਵਾਰਡ ਜਿਹੜਾ ਮਿਲਿਆ ਸੀ. ਇਸ ਤੋਂ ਇਲਾਵਾ ਵਰਲਡ ਵਿਦ ਅ ਨਿਊ ਥਿਊਰੀ ਔਨ ਹਾਊ ਸੈਲਸ ਵਰਕ ਜਿਹੜੇ ਈ ਬ੍ਰਾਈਟ ਸੀ ਉਹਨਾਂ ਨੇ ਕੀ ਕੀਤਾ ਸੀ ਇੱਕ ਥਿਊਰੀ ਲਾਂਚ ਕੀਤੀ ਸੀ ਇੱਕ ਥਿਊਰੀ ਦੀ ਜਿਹੜੀ ਡਿਸਕਵਰੀ ਸੀ ਉਹ ਕੀਤੀ ਸੀ. ਥਿਊਰੀ ਦਾ ਨਾਮ ਕੀ ਸੀ ਸੈਲਸ ਜਿਹੜੇ ਆ ਉਹ ਕਿਵੇਂ ਵਰਕ ਕਰਦੇ ਹਨ ਔਰ ਸੈਲਸ ਦੇ ਨਾਲ ਰਿਲੇਟਡ ਜਿਹੜੀਆਂ ਛੋਟੀ ਛੋਟੀ ਥਿਊਰੀਆਂ ਸੀ ਉਹ ਉਹਨਾਂ ਨੇ ਉਸ ਟਾਈਮ 'ਤੇ ਡਿਸਕਵਰ ਕੀਤੀਆਂ ਸੀ. For Richard E. Bright, it was a first in a long string of achievement in a science and other fields. ਹੁਣ ਇਸ ਟਾਈਮ 'ਤੇ ਜਦੋਂ ਉਹਨਾਂ ਦਾ ਜਿਹੜਾ ਆਰਟੀਕਲ ਸੀ ਉਹ ਪਬਲਿਸ਼ ਹੋਇਆ ਸੀ ਉਹ ਉਹਨਾਂ ਵਾਸਤੇ ਬਹੁਤ ਹੀ ਵੱਡੀ ਅਚੀਵਮੈਂਟ ਸੀ. ਬਹੁਤ ਵੱਡੀ ਅਚੀਵਮੈਂਟ ਕਿਉਂ ਸੀ ਕਿਉਂਕਿ ਪਹਿਲੀ ਵਾਰੀ ਕਿਸੇ ਕਾਲਜ ਦੇ ਵਿੱਚ ਪੜ੍ਹਦੇ ਹੋਏ ਲੜਕੇ ਦਾ ਜਿਹੜਾ ਆਰਟੀਕਲ ਸੀ ਉਹ ਉੱਥੇ ਯਾਨੀ ਕਿ ਅਮਰੀਕਾ ਦੇ ਇੰਨੇ ਵੱਡੇ ਆਰਟੀਕਲ ਦੇ ਵਿੱਚ ਪਬਲਿਸ਼ ਹੋਇਆ ਸੀ. ਔਰ ਉਹਨਾਂ ਨੇ ਆਪਣੀ ਜਰਨੀ ਕਿੱਥੋਂ ਸਟਾਰਟ ਕੀਤੀ ਸੀ ਬਟਰਫਲਾਈਜ਼ ਤੋਂ ਉਹਨਾਂ ਨੇ ਬਹੁਤ ਹੀ ਜ਼ਿਆਦਾ ਕੁਝ ਈ ਬ੍ਰਾਈਟ ਜਿਹੜੇ ਸੀ ਉਹ ਆਪਣੀ ਫੈਮਿਲੀ ਦੇ ਵਿੱਚੋਂ ਇਕਲੌਤੇ ਚਾਈਲਡ ਸਨ ਇਕਲੌਤੇ ਬੱਚੇ ਸਨ ਜਿਨ੍ਹਾਂ ਦਾ ਜਨਮ ਕਿੱਥੇ ਹੋਇਆ ਸੀ ਪੈਨਿਸਲਾਵਾ ਦੇ ਵਿੱਚ ਰੀਡਿੰਗ ਨਾਮ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਹੋਇਆ ਸੀ ਜਿੱਥੇ ਉਹਨਾਂ ਨੇ ਆਪਣਾ ਬਚਪਨ ਜਿਹੜਾ ਸੀ ਉਹ ਸਪੈਂਡ ਕੀਤਾ ਸੀ. ਇਕਲੌਤੇ ਹੋਣ ਕਰਕੇ ਉਹਨਾਂ ਕੋਲੋਂ ਕਰਨ ਦੇ ਵਾਸਤੇ ਕੁਝ ਵੀ ਨਹੀਂ ਸੀ ਇਸ ਲਈ ਉਹ ਕੀ ਦੱਸਦੇ ਹਨ I certainly could not play football or baseball with the team of one ਕਿ ਮੈਂ ਇਕੱਲਾ ਸੀ ਔਰ ਇਕੱਲਾ ਮੈਂ ਫੁੱਟਬਾਲ ਜਾਂ ਬੇਸਬਾਲ ਜਿਹੜੀ ਸੀ ਉਹ ਖੇਡ ਨਹੀਂ ਸੀ ਸਕਦਾ. ਸੋ ਮੇਰੇ ਕੋਲ ਉਸ ਟਾਈਮ 'ਤੇ ਕਰਨ ਦੇ ਵਾਸਤੇ ਕੁਝ ਵੀ ਨਹੀਂ ਸੀ ਸਿਵਾਏ ਇੱਕ ਕੰਮ ਦੇ ਦੇਰ ਵਾਜ਼ ਵਨ ਥਿੰਗ ਆਈ ਕੁਡ ਡੂ ਕਲੈਕਟ ਥਿੰਗਸ ਕਿ ਉਸ ਟਾਈਮ 'ਤੇ ਮੈਂ ਕੀ ਕਰਦਾ ਸੀ ਚੀਜ਼ਾਂ ਨੂੰ ਕਲੈਕਟ ਕਰਨਾ ਸ਼ੁਰੂ ਕਰ ਦਿੱਤਾ. ਉਸ ਟਾਈਮ 'ਤੇ ਮੈਂ ਬਹੁਤ ਸਾਰੀਆਂ ਅਲੱਗ-ਅਲੱਗ ਚੀਜ਼ਾਂ ਨੂੰ ਕਲੈਕਟ ਕਰਦਾ ਸੀ ਜੋ ਉਸ ਟਾਈਮ 'ਤੇ ਮੇਰੀ ਫੇਵਰੇਟ ਗੇਮ ਸੀ. ਈ ਬ੍ਰਾਈਟ ਨੂੰ ਬਚਪਨ ਤੋਂ ਮੀਨਸ ਕਿੰਡਰਗਾਰਟਨ ਤੋਂ KG ਕਲਾਸ ਤੋਂ ਹੀ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਵੇਂ ਬਟਰਫਲਾਈਜ਼ ਨੂੰ ਕਲੈਕਟ ਕਰਨ ਦਾ ਸ਼ੌਂਕ ਸੀ ਔਰ ਉਹ ਬਹੁਤ ਹੀ ਜ਼ਿਆਦਾ ਡਿਟਰਮਾਈਨ ਸੀਗੇ. ਡਿਟਰਮਾਈਨ ਜਿਹੜਾ ਸੀ ਉਹਨਾਂ ਦਾ ਹਰ ਇੱਕ ਐਕਟੀਵਿਟੀ ਵਿੱਚ ਹੋਣਾ ਜਿਹੜਾ ਸੀ ਉਹ ਸ਼ੋਅ ਹੁੰਦਾ ਸੀ. ਉਹ ਹਰ ਇੱਕ ਚੀਜ਼ ਨੂੰ ਬਹੁਤ ਹੀ ਹਾਰਡ ਵਰਕ ਦੇ ਨਾਲ ਬਹੁਤ ਹੀ ਮਿਹਨਤ ਦੇ ਨਾਲ ਕਰਦੇ ਸਨ. ਬਟਰਫਲਾਈਜ਼ ਤੋਂ ਇਲਾਵਾ ਉਹਨਾਂ ਨੂੰ ਹੋਰ ਚੀਜ਼ਾਂ ਜਿਵੇਂ
ਕੁਝ ਨਵਾਂ ਸਿੱਖਣ ਦੇ ਵਿੱਚ ਹੈਲਪ ਕਰਦੀ ਸੀ। ਇਸ ਤੋਂ ਇਲਾਵਾ ਉਹਦੀ ਮਾਂ ਦਾ ਕਹਿਣਾ ਹੈ ਕਿ ਉਸ ਟਾਈਮ 'ਤੇ ਜਦੋਂ ਮੇਰਾ ਬੱਚਾ 3 ਸਾਲ ਦਾ ਸੀ, ਉਸੇ ਟਾਈਮ ਤੋਂ ਉਹ ਜਿਹੜਾ ਸੀ ਸਾਰਾ ਟਾਈਮ ਜਿਹੜਾ ਸੀ ਉਹਦੇ ਨਾਲ ਹੀ ਸਪੈਂਡ ਕਰਦਾ ਸੀ ਔਰ ਕੁਝ ਨਾ ਕੁਝ ਨਵਾਂ ਜਿਹੜਾ ਸੀ ਉਹ ਸਿੱਖਦਾ ਰਹਿੰਦਾ ਸੀ। ਜਿਹੜੀ ਈ ਬ੍ਰਾਈਟ ਦੀ ਮਦਰ ਸੀ, ਉਹ ਹਮੇਸ਼ਾ ਡਾਈਨਿੰਗ ਟੇਬਲ 'ਤੇ ਕੁਛ ਨਾ ਕੁਛ ਨਵਾਂ ਵਰਕ ਜਿਹੜਾ ਸੀ ਈ ਬ੍ਰਾਈਟ ਵਾਸਤੇ ਰੱਖਦੀ ਸੀ ਤਾਂ ਜੋ ਉਹ ਫਿਜ਼ੀਕਲੀ ਔਰ ਮੈਂਟਲੀ ਕੁਛ ਨਾ ਕੁਛ ਨਵਾਂ ਜਿਹੜੀ ਚੀਜ਼ ਸੀ ਉਹ ਸਿੱਖ ਸਕੇ। ਔਰ ਜਿਹੜਾ ਈ ਬ੍ਰਾਈਟ ਸੀ ਉਹ ਬਚਪਨ ਤੋਂ ਕੁਛ ਨਾ ਕੁਛ ਨਵਾਂ ਸਿੱਖਣਾ ਚਾਹੁੰਦਾ। ਈ ਬ੍ਰਾਈਟ ਦੇ ਇੰਟਰਸਟ ਨੂੰ ਹੋਰ ਜ਼ਿਆਦਾ ਵਧਾਉਣ ਵਾਸਤੇ ਉਹਦੀ ਜਿਹੜੀ ਮਦਰ ਸੀ ਉਹਨੇ ਈ ਬ੍ਰਾਈਟ ਨੂੰ ਇੱਕ ਨਵੀਂ ਬੁੱਕ ਲੈ ਕੇ ਦਿੱਤੀ। ਬੁੱਕ ਦਾ ਨਾਮ ਸੀ ਦ ਟਰੈਵਲਸ ਆਫ ਮੋਨਾਰਚ ਐਕਸ। ਇਸ ਬੁੱਕ ਦੇ ਵਿੱਚ ਮੋਨਾਰਚ ਜਿਹੜੀਆਂ ਸੀ, ਬਟਰਫਲਾਈਜ਼ ਜਿਹੜੀਆਂ ਸੀ, ਉਹ ਕੀ ਕਰਦੀਆਂ ਸੀ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰੈਵਲ ਕਰਦੀਆਂ ਸੀ। ਇਸ ਬੁੱਕ ਦੇ ਵਿੱਚ ਇਸ ਤੋਂ ਇਲਾਵਾ ਹੋਰ ਕੀ ਦੱਸਿਆ ਗਿਆ ਸੀ ਕਿ ਜਿਹੜੀਆਂ ਮੋਨਾਰਚ ਸੀਗੀਆਂ ਉਹ ਮਾਈਗ੍ਰੇਟ ਕਰਦੀਆਂ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ। ਕਿੱਥੇ? ਅਮਰੀਕਾ ਦੇ ਵਿੱਚ। ਮਾਈਗ੍ਰੇਟ ਕਰਨਾ ਮਤਲਬ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਣਾ। ਉਹ ਜਿਹੜੀ ਬੁੱਕ ਸੀ ਉਹ ਲਿਖੀ ਗਈ ਸੀ ਕਿਹਦੇ ਦੁਆਰਾ? ਫੇਮਸ ਫਿਲੋਸੋਫਰ ਦੇ ਦੁਆਰਾ, ਫੇਮਸ ਸਾਇੰਟਿਸਟ ਦੇ ਦੁਆਰਾ, ਜੋ ਕਿ ਕਿੱਥੇ ਟੀਚ ਕਰਵਾਉਂਦਾ ਸੀ? ਟੋਰਾਂਟੋ ਦੇ ਵਿੱਚ। ਟੋਰਾਂਟੋ ਕੈਨੇਡਾ ਦੀ ਜਿਹੜੀ ਯੂਨੀਵਰਸਿਟੀ ਸੀ ਉਹਦੇ ਵਿੱਚ। ਉਹਦਾ ਨਾਮ ਸੀ ਡਾਕਟਰ ਫਰੈਡਰਿਕ ਉਰਖਾਰਡ। ਬੁੱਕ ਦੇ ਐਂਡ ਵਿੱਚ ਡਾਕਟਰ ਉਰਖਾਰਡ ਨੇ ਕੀ ਦੱਸਿਆ ਸੀ ਕਿ ਜੇਕਰ ਅਸੀਂ ਉਹਨਾਂ ਬਟਰਫਲਾਈਜ਼ ਨੂੰ ਵਾਪਸ ਦੇਖਣਾ ਚਾਹੁੰਦੇ ਹਾਂ ਜੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਜਾਂਦੀਆਂ ਹਨ, ਸਾਨੂੰ ਕੀ ਕਰਨਾ ਚਾਹੀਦਾ ਹੈ? ਉਹਨਾਂ ਉੱਪਰ ਇੱਕ ਟੈਗ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਉਸ ਟੈਗ ਤੋਂ ਪਤਾ ਚੱਲ ਸਕੇ ਉਹ ਬਟਰਫਲਾਈ ਕਿੱਥੋਂ ਦੀ। ਕਾਫੀ ਸਾਲ ਉਹਨਾਂ ਨੇ ਇਵੇਂ ਹੀ ਆਪਣੀ ਜਿਹੜੀ ਸਟੱਡੀ ਸੀ ਉਹਨਾਂ ਨੂੰ ਕੰਟੀਨਿਊ ਰੱਖਿਆ, ਪਰ ਕਾਫੀ ਲੰਬੇ ਪ੍ਰੋਸੈਸ ਤੋਂ ਬਾਅਦ ਔਰ ਕਾਫੀ ਸਾਲਾਂ ਤੋਂ ਬਾਅਦ ਜਦ ਉਹਨਾਂ ਨੂੰ ਕੋਈ ਫਾਈਨਲੀ ਪ੍ਰੋਪਰ ਫੀਡਬੈਕ ਨਾ ਮਿਲੀ, ਜਦੋਂ ਉਹਨਾਂ ਦਾ ਜਿਹੜਾ ਇੰਟਰਸਟ ਸੀ ਉਹ ਖੋ ਚੁੱਕਾ ਸੀ। ਕਿਉਂ ਖੋ ਗਿਆ ਸੀ? ਕਿਉਂਕਿ ਜਿੰਨੀਆਂ ਵੀ ਉਹਨਾਂ ਨੇ ਬਟਰਫਲਾਈਜ਼ ਦੇ ਉੱਪਰ ਟੈਗ ਲਗਾਇਆ ਸੀ ਉਹਨਾਂ ਦੇ ਵਿੱਚੋਂ ਸਿਰਫ 1 ਜਾਂ 2 ਹੀ ਬਟਰਫਲਾਈਜ਼ ਜਿਹੜੀਆਂ ਸੀ ਉਹ ਵਾਪਸ ਆਈਆਂ ਸਨ ਔਰ ਜਿਨ੍ਹਾਂ ਦੇ ਉੱਪਰ ਉਹਦਾ ਟੈਗ ਸੀ। ਇਸ ਤੋਂ ਇਲਾਵਾ ਉਹ ਵੀ ਜਿਹੜੀਆਂ ਬਟਰਫਲਾਈਜ਼ ਮਿਲੀਆਂ ਸਨ ਈ ਬ੍ਰਾਈਟ ਨੂੰ, ਉਹ ਉਹਦੇ ਘਰ ਤੋਂ ਨੇੜੇ ਹੀ ਉਹਨੂੰ ਮਿਲੀਆਂ ਸਨ। ਇਸ ਕਰਕੇ ਈ ਬ੍ਰਾਈਟ ਦਾ ਜਿਹੜਾ ਇੰਟਰਸਟ ਸੀ ਉਹ ਕੀ ਹੋ ਗਿਆ ਸੀ? ਲਾਸ ਹੋ ਗਿਆ ਸੀ। ਕਿਹਨਾਂ ਦੇ ਵਿੱਚ? ਬਟਰਫਲਾਈਜ਼ ਨੂੰ ਕਲੈਕਟ ਕਰਨ ਦੇ ਵਿੱਚ। ਉਸ ਬੁੱਕ ਦੇ ਵਿੱਚ ਇਸ ਤੋਂ ਇਲਾਵਾ ਹੋਰ ਕੀ ਦੱਸਿਆ ਗਿਆ ਸੀ ਕਿ ਜੇਕਰ ਬਟਰਫਲਾਈਜ਼ ਨੂੰ ਕਲੈਕਟ ਕਰਨਾ ਹੋਵੇ ਤੇ ਉਹਦੇ ਵਾਸਤੇ 6 ਮਹੀਨੇ ਹੁੰਦੇ ਹਨ, ਜਿਹਦੇ ਵਿੱਚ ਬਹੁਤ ਸਾਰੀਆਂ ਬਟਰਫਲਾਈਜ਼ ਜਿਹੜੀਆਂ ਸੀ ਇੱਕੋ ਟਾਈਮ ਤੇ ਕੀ ਕਰਦੀਆਂ ਸਨ? ਮਾਈਗ੍ਰੇਟ ਕਰਦੀਆਂ ਸਨ। ਔਰ ਉਹ 6 ਮਹੀਨੇ ਕਿਹੜੇ ਸਨ? ਲਾਸਟ ਸਮਰ ਦੇ ਲਾਸਟ ਵਿੱਚ ਸਨ, ਜਿੱਥੇ ਉਹਨਾਂ ਨੂੰ ਬਹੁਤ ਹੀ ਵੱਡੇ ਗਰੁੱਪ ਦੇ ਵਿੱਚ ਜਿਹੜਾ ਸੀ ਉਹ ਕਲੈਕਟ ਕੀਤਾ ਜਾ ਸਕਦਾ ਸੀ। ਔਰ ਇੱਕ ਬਟਰਫਲਾਈ ਨੂੰ ਕਦੀ ਵੀ ਕੋਈ ਵੀ ਪਰਸਨ ਜਿਹੜਾ ਉਹ ਕਲੈਕਟ ਨਹੀਂ ਸੀ ਕਰ ਸਕਦਾ। ਇਸ ਤੋਂ ਇਲਾਵਾ ਜਿਹੜਾ ਈ ਬ੍ਰਾਈਟ ਸੀ ਉਹਨੇ ਕੀ ਕਰਤਾ? ਬਹੁਤ ਸਾਰੇ ਫਲੋਕ ਨੂੰ, ਬਹੁਤ ਸਾਰੇ ਝੁੰਡ ਨੂੰ, ਬਟਰਫਲਾਈਜ਼ ਦੇ ਨੂੰ ਕਲੈਕਟ ਕਰ ਲਿਆ। ਔਰ ਉਹ ਕੀ ਕਰਦੇ ਸੀ? ਉਹਨਾਂ ਬਟਰਫਲਾਈਜ਼ ਨੂੰ ਜਦੋਂ ਇੱਕ ਛੋਟਾ ਜਿਹਾ ਅੰਡਾ ਦੇ ਦਿੰਦੀਆਂ ਸਨ, ਯਾਨੀ ਕਿ ਉਹ ਜਦੋਂ ਐਗ ਲੇ ਕਰਦੀ ਸੀ ਉਹ ਬਟਰਫਲਾਈ ਨੂੰ ਆਪਣੇ ਕੋਲ ਰੱਖਦੇ ਸਨ ਆਪਣੀ ਬੇਸਮੈਂਟ ਦੇ ਵਿੱਚ। ਔਰ ਜਦੋਂ ਐਗ ਲੇ ਕਰਦੀ ਸੀ ਉਹਦੀ ਪੂਰੀ ਜਿਹੜੀ ਸਟੱਡੀ ਸੀ ਉਹ ਕਰਦੇ ਸਨ। ਉਹ ਨੋਟਿਸ ਕਰਦੇ ਸਨ ਕਿ ਕਿਵੇਂ ਇੱਕ ਐਗ ਜਿਹੜਾ ਵਾ ਉਹ ਕੈਟਾਪਿਲਰ ਦੇ ਵਿੱਚ ਚੇਂਜ ਹੁੰਦਾ ਵਾ ਔਰ ਉਸ ਤੋਂ ਬਾਅਦ ਉਹ ਕਿਵੇਂ ਪਿਊਪਾ 'ਚ ਕਨਵਰਟ ਹੁੰਦਾ ਵਾ। ਪਿਊਪਾ ਤੋਂ ਬਾਅਦ ਜਿਹੜਾ ਉਹ ਐਗ ਵਾ ਉਹ ਕਿਵੇਂ ਅਡਲਟ ਬਟਰਫਲਾਈ ਦੇ ਵਿੱਚ, ਯਾਨੀ ਕਿ ਬਟਰਫਲਾਈ ਜਿਹੜੀ ਉਹ ਫਾਈਨਲੀ ਕਿਵੇਂ ਬਰਥ ਜਿਹੜਾ ਉਹ ਲੈਂਦੀ ਹੈ। ਔਰ ਇਸ ਤੋਂ ਇਲਾਵਾ ਜਿਹੜਾ ਉਹ ਈ ਬ੍ਰਾਈਟ ਸੀ ਉਹਨਾਂ ਨੇ ਬਹੁਤ ਸਾਰੀਆਂ ਥਾਊਜ਼ੈਂਡਸ ਜਿਹੜੀਆਂ ਮੋਨਾਰਚ ਸੀਗੀਆਂ, ਮੋਨਾਰਚ ਬਟਰਫਲਾਈਜ਼ ਜਿਹੜੀਆਂ ਸੀ ਉਹਨਾਂ ਨੇ ਆਪਣੀ ਬੇਸਮੈਂਟ ਦੇ ਵਿੱਚ ਰੱਖੀਆਂ ਸੀ, ਜਿਨ੍ਹਾਂ ਦੇ ਉੱਪਰ ਉਹ ਹਰ ਤਰ੍ਹਾਂ ਦੀ ਜਿਹੜੀ ਸਟੱਡੀ ਸੀ ਉਹ ਕਰਦੇ ਸਨ, ਜਿਸ ਤੋਂ ਉਹਨਾਂ ਨੇ ਨਵੀਂ ਥਿਊਰੀ ਜਿਹੜੀ ਸੀ ਆਪਣੀ ਡਿਵੈਲਪ ਕਰਨੀ ਸ਼ੁਰੂ ਕਰ ਦਿੱਤੀ ਸੀ। ਜਦ ਇੱਕ ਬਟਰਫਲਾਈ ਜਿਹੜੀ ਸੀ ਉੱਡਣ ਵਾਲੀ ਹੋ ਜਾਂਦੀ ਸੀ, ਈ ਬ੍ਰਾਈਟ ਜਿਹੜੇ ਸੀ ਉਹਦੇ ਉੱਪਰ ਇੱਕ ਟੈਗ ਲਗਾ ਕੇ ਉਹਨੂੰ ਛੱਡ ਦਿੰਦੇ ਸਨ ਤਾਂ ਜੋ ਉਹ ਆਪਣਾ ਜਿਹੜਾ ਉੱਡਣਾ ਉਹ ਸ਼ੁਰੂ ਕਰ ਦੇਵੇ। ਔਰ ਜਦੋਂ ਵਾਪਸ ਆਵੇ ਤੇ ਜਿਹੜਾ ਈ ਬ੍ਰਾਈਟ ਵਾ ਉਹਨੂੰ ਪਤਾ ਚੱਲ ਜਾਏ ਕਿ ਉਹ ਉਹੀ ਬਟਰਫਲਾਈ ਆ ਜਿਹਦੇ ਉੱਪਰ ਉਹਨਾਂ ਨੇ ਟੈਗ ਲਗਾਇਆ ਸੀ। ਇਨ 7th grade he got a hint of what a real science is। 7th grade ਦੇ ਵਿੱਚ, ਜਦੋਂ 7th ਕਲਾਸ ਦੇ ਵਿੱਚ ਈ ਬ੍ਰਾਈਟ ਸਨ, ਉਸ ਟਾਈਮ 'ਤੇ ਉਹਨਾਂ ਨੇ ਇੱਕ ਛੋਟੇ ਜਿਹੇ ਕੰਪੀਟੀਸ਼ਨ ਦੇ ਵਿੱਚ ਜੋ ਇੱਕ ਰੀਜਨਲ ਲੈਵਲ 'ਤੇ ਸੀ ਉਹਨਾਂ ਨੇ ਉਹਦੇ ਵਿੱਚ ਪਾਰਟੀਸਪੇਟ ਕੀਤਾ, ਜਿਸ ਵਿੱਚ ਉਹ ਫੇਲ ਹੋ ਗਏ। ਫੇਲ ਹੋਣ ਤੋਂ ਬਾਅਦ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸੈਡ ਫੀਲ ਹੋਇਆ। ਕਿਉਂ ਸੈਡ ਫੀਲ ਹੋਇਆ? ਕਿਉਂਕਿ ਸਭ ਨੂੰ ਕੁਛ ਨਾ ਕੁਛ ਮਿਲਿਆ ਸੀ ਸਿਵਾਏ ਉਹਨਾਂ ਦੇ। ਉਹ ਕੀ ਹੋ ਚੁੱਕੇ ਸੀ? ਉਸ ਕੰਪੀਟੀਸ਼ਨ ਦੇ ਵਿੱਚ ਫੇਲ ਹੋ ਚੁੱਕੇ ਸਨ, ਜਿਸ ਕਰਕੇ ਉਹ ਕਾਫੀ ਸੈਡ ਸਨ। 7th ਕਲਾਸ ਵਿੱਚ ਆ ਕੇ ਉਹਨਾਂ ਨੂੰ ਪਤਾ ਚੱਲਿਆ ਕਿ ਅਸਲ ਵਿੱਚ ਰੀਅਲ ਸਾਇੰਸ ਕੀ ਹੁੰਦੀ ਹੈ। ਹਿਸ ਐਂਟਰੀ ਵਾਸ ਸਲਾਈਡਸ ਆਫ ਫਰੋਗ ਟਿਸ਼ੂ ਵਿਚ ਸ਼ੋਡ ਅੰਡਰ ਆ ਮਾਈਕਰੋਸਕੋਪ। ਜਿਹੜੀ ਉਹਨਾਂ ਦੀ ਐਂਟਰੀ ਸੀ ਉਹ ਕੀ ਸੀ? ਉਹਨਾਂ ਨੇ ਫਰੋਗ ਦੇ ਟਿਸ਼ੂਜ਼ ਨੂੰ ਪ੍ਰੈਜ਼ੈਂਟ ਕਰਨਾ ਸੀ ਕਿਹਦੇ ਦੁਆਰਾ? ਮਾਈਕਰੋਸਕੋਪ ਦੇ ਦੁਆਰਾ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਬਣਿਆ ਬਣਾਇਆ ਜਿਹੜਾ ਉਹ ਐਕਸਪੈਰੀਮੈਂਟ ਸੀ।
ਜਿਹਦੇ ਵਿੱਚ ਕੁਝ ਵੀ ਰੀਅਲ ਨਹੀਂ ਸੀ। ਹੁਣ ਇਸ ਤੋਂ ਉਹਨਾਂ ਨੇ ਆਪਣੇ ਮਨ ਦੇ ਵਿੱਚ ਬਿਠਾ ਲਿਆ ਕਿ ਹੁਣ ਮੈਂ ਨੈਕਸਟ ਟਾਈਮ ਤੇ ਕੀ ਕਰੂੰਗਾ, ਨੈਕਸਟ ਈਅਰ ਆਪਣੀ ਜਿਹੜੀ ਆ ਰੀਅਲ ਸਾਇੰਸ ਜਿਹੜੀ ਆ ਅਸਲ ਐਕਸਪੈਰੀਮੈਂਟ ਜਿਹੜਾ ਵਾ ਉਹ ਕੀ ਕਰੂੰਗਾ, ਉਸ ਕੰਪੀਟੀਸ਼ਨ ਦੇ ਵਿੱਚ ਸ਼ੋਅ ਕਰੂੰ। ਕੋਲੋਂ ਇੱਕ ਸਬਜੈਕਟ ਸੀ ਜਿਸ ਵਿੱਚ ਉਹਨਾਂ ਨੇ ਬਹੁਤ ਸਾਲਾਂ ਤੱਕ ਖੋਜ ਕੀਤੀ ਸੀ, ਜੋ ਕਿ ਕੀ ਸੀ, ਬਟਰਫਲਾਈਜ਼ ਦੇ ਉੱਪਰ। ਹੁਣ ਨੈਕਸਟ ਈਅਰ ਈਬਰਾਈਟ ਨੇ ਇੱਕ ਲੈਟਰ ਲਿਖਿਆ ਡਾਕਟਰ ਉਖਾੜ ਨੂੰ, ਜਿਹਦੇ ਵਿੱਚ ਉਹਨੇ ਆਪਣੇ ਸਾਰੇ ਆਈਡੀਆਜ਼ ਬਟਰਫਲਾਈਜ਼ ਦੇ ਬਾਰੇ ਵਿੱਚ ਸਾਰੇ ਸ਼ੇਅਰ ਕੀਤੇ ਔਰ ਉਹਨਾਂ ਕੋਲੋਂ ਕੁਝ ਸੁਜੈਸ਼ਨਸ ਲਏ ਤਾਂ ਜੋ ਉਹ ਆਪਣੇ ਐਕਸਪੈਰੀਮੈਂਟ ਨੂੰ ਬਹੁਤ ਵਧੀਆ ਬਣਾ ਸਕਣ। ਔਰ ਗ੍ਰੇਡ 8th ਦੇ ਵਿੱਚ ਈਬਰਾਈਟ ਨੇ ਡਿਸਾਈਡ ਕੀਤਾ ਕਿ ਮੈਂ ਕੀ ਕਰੂੰਗਾ, ਉਸ ਵਾਇਰਲ ਡਿਸੀਜ਼ ਕੀ ਸੀ ਕਿ ਜਿਹੜੀਆਂ ਬਟਰਫਲਾਈ ਸੀਗੀਆਂ, ਜਿਹੜੀਆਂ ਮਨਾਰ 'ਚ ਸੀਗੀਆਂ, ਉਹ ਮਰ ਰਹੀਆਂ ਸੀ, ਉਹਨਾਂ ਦੀ ਕਾਫੀ ਮੌਤ ਹੋ ਰਹੀ ਸੀ। ਕਿਸ ਚੀਜ਼ ਕਰਕੇ? ਕਿਸੇ ਬਿਮਾਰੀ ਕਰਕੇ। ਹੁਣ ਜਿਹੜਾ ਈਬਰਾਈਟ ਸੀ ਉਹਨੇ ਕੀ ਕਰ ਦਿੱਤਾ, ਉਹਦੇ ਉੱਪਰ ਜਿਹੜੀ ਆਪਣੀ ਡਿਸਕਵਰੀ ਸੀ ਉਹ ਕਰਨੀ ਉਹਨੇ ਸ਼ੁਰੂ ਕਰ ਦਿੱਤੀ ਸੀ। ਡਾਕਟਰ ਉਖਾੜ ਦੇ ਜਿਹੜੇ ਸੁਜੈਸ਼ਨ ਸੀ ਉਹਨਾਂ ਨੂੰ ਫੋਲੋ ਕਰਦੇ ਹੋਇਆ ਈਬਰਾਈਟ ਨੇ ਆਪਣੀ ਜਿਹੜੀ ਨੈਕਸਟ ਐਕਸਪੈਰੀਮੈਂਟ ਸੀ ਉਹ ਸ਼ੋਅ ਕੀ ਕੀਤਾ ਸੀ। ਬਹੁਤ ਸਾਰੇ ਸਾਇੰਟਿਸਟ ਇਹ ਮੰਨਦੇ ਸਨ ਕਿ ਜਿਹੜੇ ਮੋਨਾਰਚ ਕੈਟਾਪਿਲਰਸ ਹਨ ਉਹ ਕਾਹਦੇ ਕਰਕੇ ਮਰਦੇ ਸਨ, ਬੀਟਲਸ ਦੇ ਕਰਕੇ। ਬੀਟਲਸ ਉਹ ਕੀੜੇ ਹੁੰਦੇ ਹਨ ਜਿਨ੍ਹਾਂ ਦੇ ਉੱਪਰ ਬਟਰਫਲਾਈਜ਼ ਬੈਠਦੇ ਹਨ। ਪਰ ਇਹ ਚੀਜ਼ ਜਿਹੜੀ ਸੀ ਉਹ ਪ੍ਰੂਫ ਨਹੀਂ ਸੀ ਹੋਈ। ਹੁਣ ਇਹ ਜਿਹੜੀ ਚੀਜ਼ ਵਾ ਉਹ ਈਬਰਾਈਟ ਕੀ ਕਰ ਦਿੰਦੇ ਹਨ, ਪ੍ਰੂਫ ਕਰ ਦਿੰਦੇ ਹਨ ਕਿ ਇਹਨਾਂ ਦੇ ਹੋਣ ਦੇ ਨਾਲ, ਬੀਟਲਸ ਦੇ ਹੋਣ ਦੇ ਨਾਲ ਬਟਰਫਲਾਈਜ਼ ਦੀ ਜਿਹੜੀ ਮੌਤ ਸੀ ਉਹ ਨਹੀਂ ਸੀ ਹੁੰਦੀ ਪਈ, ਬਲਕਿ ਇਸ ਚੀਜ਼ ਦੇ ਮਗਰ ਕੋਈ ਹੋਰ ਕਾਰਨ ਸੀ, ਹੋਰ ਕੋਈ ਰੀਜ਼ਨ ਸੀ ਜਿਸ ਕਰਕੇ ਜਿਹੜੀਆਂ ਬਟਰਫਲਾਈਜ਼ ਸੀ ਉਹ ਮਰਦੀਆਂ ਪਈਆਂ ਸੀ, ਜਿਸ ਤੋਂ ਉਹਨਾਂ ਨੂੰ ਫਿਰ ਤੋਂ ਜਿਹੜਾ ਪ੍ਰਾਈਜ਼ ਸੀ ਉਹ ਮਿਲਿਆ ਸੀ। ਇਸ ਵਾਰੀ ਉਹ ਜਿੱਤ ਗਏ ਸਨ। ਨੈਕਸਟ ਈਅਰ ਹੁਣ ਜਿਹੜਾ ਈਬਰਾਈਟ ਸੀ ਉਹਨਾਂ ਦਾ ਇੱਕ ਨਵਾਂ ਪ੍ਰੋਜੈਕਟ ਸੀ ਜਿਹਦੇ ਉੱਪਰ ਉਹਨਾਂ ਨੇ ਫਿਰ ਕੀ ਕਰਨਾ ਸੀ, ਆਪਣਾ ਐਕਸਪੈਰੀਮੈਂਟ ਕਰਨਾ ਸ਼ੁਰੂ ਕਰਨਾ ਸੀ। ਹੁਣ ਉਹ ਨੈਕਸਟ ਈਅਰ ਕਿਹੜਾ ਪ੍ਰੋਜੈਕਟ ਸੀ, ਟੈਸਟਿੰਗ ਥਿਊਰੀ ਡੈਟ ਵਾਇਸਰॉय ਬਟਰਫਲਾਈ ਕਾਪੀ ਮੋਨਾਰਚ। ਵੀ ਜਿਹੜੀ ਦੋ ਤਰ੍ਹਾਂ ਦੀਆਂ ਬਟਰਫਲਾਈਜ਼ ਹੁੰਦੀਆਂ ਹਨ, ਇੱਕ ਮੋਨਾਰਚ ਔਰ ਦੂਸਰੀ ਵਾਇਸਰॉय। ਜਿਹੜੀ ਮੋਨਾਰਚ ਵਾ ਉਹ ਵੀ ਉਹਦੇ ਵਰਗੀ ਦਿਖਦੀ ਹੈ, ਵਾਇਸਰॉय ਵਰਗੀ, ਔਰ ਜਿਹੜੀ ਵਾਇਸਰॉय ਹੈ ਉਹ ਵੀ ਕਿਹਦੇ ਵਰਗੀ ਦਿਖਦੀ ਹੈ, ਮੋਨਾਰਚ ਵਰਗੀ। ਹੁਣ ਜਿਹੜੀ ਈਬਰਾਈਟ ਸੀ ਉਹਦੀ ਮੇਨ ਥਿਊਰੀ ਕੀ ਸੀ, ਉਹਨੇ ਟੈਸਟ ਕਰਨਾ ਸੀ ਕਿ ਜਿਹੜੀ ਵਾਇਸਰॉय ਹੈ ਔਰ ਮੋਨਾਰਚ ਹੈ ਦੋਨੋਂ ਇੱਕ ਦੂਜੇ ਦੀ ਕਾਪੀ ਕਿਉਂ ਕਰਦੀਆਂ ਹਨ। ਹੁਣ ਇਸ ਥਿਊਰੀ ਤੋਂ ਪਤਾ ਚੱਲਦਾ ਹੈ ਕਿ ਜਿਹੜੀ ਵਾਇਸਰॉय ਸੀ ਉਹ ਬਹੁਤ ਜ਼ਿਆਦਾ ਕਾਪੀ ਕਰਦੀ ਸੀ ਕਿਹਦੀ, ਮੋਨਾਰਚ ਦੀ। ਕਿਉਂਕਿ ਜਿਹੜੀ ਬਰਡਸ ਵਾ ਉਹ ਕੀ ਕਰਦੇ ਹਨ, ਬਟਰਫਲਾਈਜ਼ ਨੂੰ ਖਾਣਾ ਪਸੰਦ ਕਰਦੇ ਹਨ। ਹੁਣ ਜਿਹੜੀਆਂ ਵਾਇਸਰॉय ਸੀ ਉਹ ਕੀ ਕਰਦੀਆਂ ਸਨ, ਆਪਣੇ ਆਪ ਨੂੰ ਬਚਾਉਣ ਦੇ ਲਈ, ਬਰਡਸ ਤੋਂ ਬਚਾਉਣ ਦੇ ਲਈ ਉਹ ਕੀ ਕਰਦੀਆਂ ਸਨ, ਕਾਪੀ ਕਰਦੀਆਂ ਸਨ ਕਿਹਨਾਂ ਦੀ, ਮੋਨਾਰਚ ਦੀ। ਮੇਨ ਇੱਥੇ ਕੁਐਸਚਨ ਕੀ ਸੀ ਕਿ ਜਿਹੜੇ ਬਰਡ ਸੀਗੇ ਉਹ ਕਿਹਨਾਂ ਨੂੰ ਖਾਣਾ ਜ਼ਿਆਦਾ ਪਸੰਦ ਕਰਦੇ ਸੀ, ਵਾਇਸਰॉयਜ਼ ਨੂੰ, ਨਾ ਕਿ ਮੋਨਾਰਚ ਨੂੰ। ਇਸ ਕਰਕੇ ਜਿਹੜੀ ਵਾਇਸਰॉय ਸੀ ਉਹ ਆਪਣੇ ਆਪ ਨੂੰ ਬਚਾਉਣ ਵਾਸਤੇ ਮੋਨਾਰਚ ਦੀ ਜਿਹੜੀ ਕਾਪੀ ਉਹ ਕਰਦੀਆਂ ਸਨ। ਹੁਣ ਇੱਥੇ ਜਿਹੜਾ ਈਬਰਾਈਟ ਸੀ ਉਹਨਾਂ ਦਾ ਮੇਨ ਪ੍ਰੋਜੈਕਟ ਕੀ ਸੀ ਕਿ ਅਗਰ ਵਾਇਸਰॉय ਜਿਹੜੀਆਂ ਵਾ ਉਹ ਐਕਟ ਕਰਨ ਜਾਂ ਟੈਕਟ ਕਰਨ ਕਿਹਦੇ ਵਾਂਗੂ, ਮੋਨਾਰਚ ਵਾਂਗੂ, ਤਾਂ ਕੀ ਬਰਡਸ ਜਿਹੜੇ ਸੀ ਉਹਨਾਂ ਨੂੰ ਛੱਡ ਦਿੰਦੇ ਸੀ। ਹੁਣ ਇੱਥੇ ਇੱਕ ਬਰਡ ਦੀ ਗੱਲ ਕੀਤੀ ਗਈ ਹੈ, ਸਟਾਰਲਿੰਗ ਦੀ। ਜਿਹੜਾ ਸਟਾਰਲਿੰਗ ਬਰਡ ਸੀ ਉਹਦੀ ਲੁੱਕ ਕਿਵੇਂ ਦੀ ਸੀ, ਬਲੈਕ ਕਲਰ ਦੀ। ਔਰ ਇਹ ਬਰਡ ਜਿਹੜਾ ਸੀ ਇਹ ਸਿਰਫ ਅਮਰੀਕਾ ਦੇ ਜੰਗਲਾਂ ਦੇ ਵਿੱਚ ਪਾਇਆ ਜਾਂਦਾ ਸੀ ਔਰ ਇਹਦਾ ਖਾਣਾ ਜਿਹੜਾ ਸੀ ਉਹ ਸਿਰਫ ਇੱਕ ਹੀ ਚੀਜ਼ ਸੀ, ਉਹ ਕੀ ਸੀ, ਵਾਇਸਰॉय ਬਟਰਫਲਾਈਜ਼ ਜਿਹੜੀਆਂ ਸੀ ਉਹ ਉਹਨੂੰ ਖਾਣੀਆਂ ਬਹੁਤ ਜ਼ਿਆਦਾ ਪਸੰਦ ਹਨ, ਜਿਸ ਕਰਕੇ ਉਹ ਸਿਰਫ ਉਹਨਾਂ ਨੂੰ ਹੀ ਖਾਂਦਾ। ਔਰ ਅਗਰ ਭੱਜ ਕੇ ਕਿਤੇ ਉਹਨਾਂ ਨੂੰ ਮੋਨਾਰਚ ਮਿਲ ਜਾਂਦੀਆਂ ਸਨ ਤਾਂ ਉਹ ਉਹਨਾਂ ਨੂੰ ਛੱਡ ਦਿੰਦੇ ਸਨ, ਕਿਉਂਕਿ ਜਿਹੜੀਆਂ ਮੋਨਾਰਚ ਸੀ ਉਹ ਖਾਣ ਦੇ ਵਿੱਚ ਬਹੁਤ ਹੀ ਜ਼ਿਆਦੀਆਂ ਖਰਾਬ ਸਨ। ਇਸ ਲਈ ਉਹਨਾਂ ਨੂੰ ਵਾਇਸਰॉय ਖਾਣੀਆਂ ਪਸੰਦ ਸੀ। ਇਸ ਲਈ ਜਿਹੜੀਆਂ ਵਾਇਸਰॉय ਸੀਗੀਆਂ ਉਹ ਕੀ ਕਰਦੀਆਂ ਸੀ, ਕਾਪੀ ਕਰਦੀਆਂ ਸੀ ਕਿਹਦੀਆਂ, ਮੋਨਾਰਚ ਦੀਆਂ। ਹੁਣ ਇਹ ਜਿਹੜਾ ਪ੍ਰੋਜੈਕਟ ਦੇ ਦੁਆਰਾ ਈਬਰਾਈਟ ਨੇ ਸਭ ਕੁਝ ਪ੍ਰੂਵ ਕਰ ਦਿੱਤਾ ਕਿ ਜਿਹੜਾ ਸਟਾਰਲਿੰਗ ਸੀ ਇਹਦੇ ਕਰਕੇ ਬਹੁਤ ਸਾਰੀਆਂ ਬਟਰਫਲਾਈਜ਼ ਜਿਹੜੀਆਂ ਸੀ ਉਹ ਮਰਦੀਆਂ ਪਈਆਂ ਸੀ। ਇਹਦਾ ਇੱਕ ਹੀ ਮੇਨ ਰੀਜ਼ਨ ਸੀ। ਹੁਣ ਜਦੋਂ ਉਹ ਇਹ ਚੀਜ਼ ਉਹਨੇ ਪ੍ਰੂਵ ਕਰ ਦਿੱਤੀ, ਉਸ ਤੋਂ ਬਾਅਦ ਜਿਹੜਾ ਈਬਰਾਈਟ ਸੀ ਉਹਦਾ ਪ੍ਰੋਜੈਕਟ ਜਿਹੜਾ ਸੀ ਫਸਟ ਪ੍ਰਾਈਜ਼ ਦੇ ਲਈ ਚੁਣਿਆ ਗਿਆ। ਉਹਨਾਂ ਨੂੰ ਡਿਵੀਜ਼ਨ ਦੇ ਵਿੱਚ ਫਸਟ ਪ੍ਰਾਈਜ਼, ਜਿਓਲੋਜੀ ਦੇ ਵਿੱਚ ਔਰ ਓਵਰਆਲ ਪੂਰੀ ਕੰਟਰੀ ਦੇ ਵਿੱਚ 3rd ਪ੍ਰਾਈਜ਼ ਜਿਹੜਾ ਸੀ ਉਹ ਮਿਲਿਆ ਸੀ।